ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਕਿ ਇਸ ਵੇਲੇ ਪੂਰੇ ਵਿਸ਼ਵ ਵਿੱਚ COVID-19 ਦਾ ਮਹਾਮਾਰੀ ਦਾ ਪ੍ਰਕੋਪ ਜਿਹੜਾ ਉਹ ਚੱਲ ਰਿਹਾ। ਉਸ ਬਾਰੇ ਬਹੁਤ ਸਾਰੇ ਜਿਹੜੇ ਦੇਸ਼ ਆ ਉਹ ਇੱਕ ਦੂਜੇ ਦੀ ਮਦਦ ਕਰਨ ਤੇ ਆਏ ਹੋਏ ਆ। ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਕਹਿਰ ਆ ਉਹ ਹਿੰਦੁਸਤਾਨ 'ਚ ਆ, ਯਾਨੀ ਕਿ ਇੰਡੀਆ 'ਚ ਆ। ਇੰਡੀਆ 'ਚ ਇਸ ਵੇਲੇ ਮੇਰਾ ਖਿਆਲ ਆ ਵੀ ਸ਼ਾਇਦ ਹੀ ਕੋਈ ਘਰ ਅਜਿਹਾ ਹੋਊਗਾ ਜਿਹੜਾ ਕਿ ਕੋਵਿਡ ਦੀ ਬਿਮਾਰੀ ਤੋਂ ਬਚਿਆ ਹੋਊਗਾ। ਬਹੁਤ ਸਾਰੇ ਡਾਕਟਰਸ ਆ ਜਿਹੜੇ ਉਹ ਇਸ ਬਿਮਾਰੀ ਨੂੰ ਉਹਨੂੰ ਠੱਲ ਪਾਉਣ ਲਈ ਬਹੁਤ ਸਾਰੇ ਕੰਮ ਕਰ ਰਹੇ ਆ। ਬਹੁਤ ਸਾਰੇ ਸਾਇੰਟਿਸਟ ਜਿਹੜੇ ਆ ਉਹ ਇਸ ਬਾਰੇ ਕੰਮ ਕਰ ਰਹੇ ਆ। ਸਾਡੇ ਸਟੂਡੀਓ ਵਿੱਚ ਅੱਜ ਵਿਸ਼ੇਸ਼ ਤੌਰ 'ਤੇ ਡਾਕਟਰ ਜਸਬੀਰ ਸਿੰਘ ਕੰਗ ਜਿਹੜੇ ਕਿ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ, ਉਹ ਪਹੁੰਚੇ ਹੋਏ ਆ। ਉਹਨਾਂ ਦੀ ਕਾਫੀ ਰਿਸਰਚ ਆ COVID-19 ਦੇ ਇਸ ਮਹਾਮਾਰੀ ਬਾਰੇ। ਅੱਜ ਉਹਨਾਂ ਨਾਲ ਬਹੁਤ ਸਾਰੇ ਸਵਾਲ ਜਵਾਬ ਆਪਾਂ ਤੁਹਾਡੇ ਲਈ ਵਿਸ਼ੇਸ਼ ਤੌਰ 'ਤੇ ਪੁੱਛਾਂਗੇ। ਸਭ ਤੋਂ ਪਹਿਲਾਂ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਅਤੇ ਪੰਜਾਬ ਮੇਲ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਜਿਵੇਂ ਮੈਂ ਕਹਿ ਕੇ ਹਟਿਆ ਕਿ ਕਾਫੀ ਜ਼ਿਆਦਾ ਜ਼ੋਰ ਹੈ ਇਸ ਵੇਲੇ ਮਹਾਮਾਰੀ ਦਾ, ਅਤੇ ਬਹੁਤ ਸਾਰੇ ਇਸ ਵੇਲੇ ਜਿਹੜਾ ਪੂਰਾ ਜ਼ੋਰ ਹੈ ਉਹ ਅਮਰੀਕਾ 'ਚ ਇਲਾਵਾ ਅਮਰੀਕਾ ਤੋਂ ਬਾਅਦ ਇੰਡੀਆ 'ਚ ਜਿਹੜਾ ਹੈਗਾ ਉਹ ਜ਼ਿਆਦਾ ਚੱਲ ਪਿਆ। ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ, ਕੀ ਰੀਜ਼ਨ ਹੈ? ਇੱਦਾਂ ਰੰਧਾਵਾ ਸਾਹਿਬ, ਤੁਸੀਂ ਇਹ ਗੱਲ ਬਿਲਕੁਲ ਸਹੀ ਕਹੀ। ਇਹ ਤਕਰੀਬਨ 101 ਜਾਂ 102 ਸਾਲਾਂ ਬਾਅਦ ਦੁਨੀਆ ਦੇ ਵਿੱਚ ਐਡੀ ਬੜੀ ਮਹਾਮਾਰੀ ਜਿਹੜੀ ਹੈਗੀ ਫੈਲੀ ਹੈਗੀ ਆ। ਅਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਭ ਤੋਂ ਵੱਡੀ ਕਰੋਪੀ ਦੇਖੀ ਸੀ ਉਹ ਆਪਣੇ ਨਿਊਯਾਰਕ 'ਚ ਸ਼ੁਰੂ ਹੋਈ ਸੀਗੀ ਜੀ 2020 ਦੇ ਵਿੱਚ, ਮਾਰਚ ਦੇ ਵਿੱਚ। ਉਦੋਂ ਇਸ ਬਿਮਾਰੀ ਬਾਰੇ ਜਿਹੜਾ ਗਿਆਨ ਸੀਗਾ ਜਾਂ ਮੈਡੀਕਲ ਨੌਲੇਜ ਜਾਂ ਲੋਕਾਂ ਨੂੰ ਜਾਣਕਾਰੀ ਸੀ ਬਹੁਤ ਘੱਟ ਸੀ। ਪਰ ਹੁਣ ਪਿਛਲੇ ਸਾਲ ਦੇ ਵਿੱਚ ਇਸ ਬਿਮਾਰੀ ਬਾਰੇ ਕਾਫੀ ਜਾਣਕਾਰੀ ਜਿਹੜੀ ਹੈਗੀ ਆ ਡਾਕਟਰਾਂ ਨੂੰ ਜਾਂ ਸਾਇੰਟਿਸਟਾਂ ਨੂੰ ਵਾਇਰਸ ਬਾਰੇ ਕਾਫੀ ਜ਼ਿਆਦਾ ਗਿਆਨ ਅੱਗੇ ਨੂੰ ਵੱਧ ਗਿਆ ਹੈਗਾ ਜੀ। ਸੋ ਜਿਹੜੀ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਕਿ ਸਾਡੇ ਇੰਡੀਆ ਦੇ ਵਿੱਚ ਜਿਹੜੇ ਉੱਥੇ ਦੇ ਡਾਕਟਰ ਨੇ ਜਾਂ ਸਾਇੰਸਦਾਨ ਨੇ ਉਹ ਬੜੇ ਕਾਬਲ ਅਤੇ ਸੁਲਝੇ ਹੋਏ ਨੇ, ਪਰ ਜਿਹੜਾ ਉੱਥੇ ਦਾ ਸਿਆਸੀ ਢਾਂਚਾ ਹੈਗਾ ਉਹਨਾਂ ਨੂੰ ਇਸ ਚੀਜ਼ ਵੱਲ ਜਿੰਨੀ ਤਵੱਜੋ ਦੇਣ ਦੀ ਜ਼ਰੂਰਤ ਸੀ ਉਹਨਾਂ ਨੇ ਕਾਫੀ ਅਣਗਹਿਲੀਆਂ ਕੀਤੀਆਂ। ਜਿਵੇਂ ਕਿ ਵੱਡੀਆਂ ਇਲੈਕਸ਼ਨ ਰੈਲੀਜ਼ ਹੋਈਆਂ, ਧਾਰਮਿਕ ਸਮਾਗਮ ਹੋਏ, ਅਤੇ ਇੱਥੇ ਤਾਈਂ ਵੀ ਕਹਿ ਦਿੱਤਾ ਗਿਆ ਵੀ ਅਸੀਂ ਜਿਹੜੀ ਕੋਵਿਡ ਮਹਾਮਾਰੀ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਆ। ਸੋ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਸੁਨੇਹਾ ਇੱਦਾਂ ਦਾ ਚੱਲਿਆ ਗਿਆ ਕਿ ਲੋਕਾਂ ਨੇ ਇਸ ਚੀਜ਼ ਨੂੰ ਵੱਲ ਧਿਆਨ ਦੇਣ ਤੋਂ ਹਟ ਗਏ। ਸੋ ਹੁਣ ਲੋੜ ਇਹ ਹੈਗੀ ਆ ਵੀ ਆਪਾਂ ਨੂੰ ਇਹ ਸਿਆਸੀ ਜਾਂ ਇਹ ਗੱਲਾਂ ਨੂੰ ਪਾਸੇ ਛੱਡ ਕੇ ਸਾਰਿਆਂ ਨੂੰ ਰਲ ਮਿਲ ਕੇ, ਕਿਉਂਕਿ ਜਿਹੜੀ ਇਨਸਾਨੀਅਤ ਆ ਉਹ ਤਾਂ ਸਾਰੀ ਦੁਨੀਆ ਦੇ ਵਿੱਚ ਸਾਂਝੀ ਆ। ਆਪਾਂ ਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਵੀ ਆਹ ਮੁਲਕ ਹੈ ਜਾਂ ਆਹ ਸਟੇਟ ਆ। ਸੋ ਜੋ ਵੀ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਜਿੱਥੇ ਵੀ ਅਸੀਂ ਬੈਠੇ ਹਾਂ, ਸਾਨੂੰ ਕਰਨੀ ਚਾਹੀਦੀ ਹੈਗੀ ਆ। ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੰਨੀਆਂ ਵੀ ਜਾਨਾਂ ਬਚਾਈਆਂ ਜਾ ਸਕਣ ਅਤੇ ਇਹ ਬਿਮਾਰੀ ਨੂੰ ਰੋਕਿਆ ਜਾਵੇ। ਕਿਉਂਕਿ ਇਹ ਬਿਮਾਰੀ ਇਕੱਲੀ ਜੇ ਆਪਾਂ ਜੋ ਅੱਜ ਕੱਲ੍ਹ ਇੰਡੀਆ 'ਚ ਹਾਲਾਤ ਚੱਲ ਰਹੇ ਨੇ, ਇਹਦਾ ਮਤਲਬ ਇਹ ਨਹੀਂ ਵੀ ਇਹ ਬਿਮਾਰੀ ਅਮਰੀਕਾ 'ਚ ਦੁਬਾਰਾ ਨਹੀਂ ਆ ਸਕਦੀ। ਇਹ ਬਿਮਾਰੀ ਕਿਸੇ ਵੀ ਮੁਲਕ 'ਚ ਦੁਬਾਰਾ ਵੱਡੀ ਭਿਆਨਕ ਰੂਪ ਦੇ ਵਿੱਚ ਇਹ ਆ ਸਕਦੀ ਆ ਜੇ ਅਸੀਂ ਅਣਗਹਿਲੀ ਕਰਾਂਗੇ। ਸੋ ਸਾਨੂੰ ਇਹ ਅਣਗਹਿਲੀਆਂ ਤੋਂ ਬਚਣ ਦੀ ਬਹੁਤ ਲੋੜ ਆ। ਉਹਦੇ ਬਾਰੇ ਆਪਾਂ ਪ੍ਰੋਗਰਾਮ 'ਚ ਅੱਗੇ ਜਾ ਕੇ ਗੱਲ ਕਰਦੇ ਹਾਂ। ਤੁਸੀਂ ਯੂਬਾ ਸਿਟੀ ਤੋਂ ਆਏ ਹੋ, ਤੁਸੀਂ ਇੱਕ ਹੌਸਪੀਟਲ 'ਚ ਆਪਣਾ ਉੱਥੇ ਮੈਨੇਜਮੈਂਟ ਸਾਰਾ ਕਰ ਰਹੇ ਹੋ। ਇਸ ਵੇਲੇ ਯੂਬਾ ਸਿਟੀ ਦੀ ਖਾਸ ਕਰਕੇ ਕੀ ਪੋਜੀਸ਼ਨ ਹੈ? ਦੇਖੋ ਜੀ, ਇਹ ਰਾਈਟ ਨਾਓ ਸਾਡੇ ਕਾਫੀ ਕੇਸ ਘੱਟ ਗਏ ਨੇ ਜੀ। ਅਤੇ ਸਾਡੇ ਉਰੇ ਆਪਣੇ ਮੈਂ ਕਹਾਂਗਾ ਇਕੱਲੇ ਯੂਬਾ ਸਿਟੀ ਨਹੀਂ, ਕੈਲੀਫੋਰਨੀਆ ਦੇ ਵਿੱਚ ਅਸੀਂ ਬੜੇ ਮਾੜੇ ਦਿਨ ਦੇਖੇ। ਕੋਈ ਅਕਤੂਬਰ ਤੋਂ ਲੈ ਕੇ ਫਰਵਰੀ ਥਾਈਂ ਇੱਥੇ ਜਿਹੜੀ ਸਰਜ ਜਿਹਨੂੰ ਕਹਿੰਦੇ ਆ ਵੀ ਉਦੋਂ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਕੇਸਿਸ ਕੋਵਿਡ ਦੇ ਹੋਏ, ਲੋਕਾਂ ਦੀਆਂ ਜਾਨਾਂ ਵੀ ਗਈਆਂ। ਪਰ ਹੁਣ ਕਾਫੀ ਬਿਮਾਰੀ ਕੰਟਰੋਲ 'ਚ ਆ, ਪਰ ਬਿਮਾਰੀ ਇਹ ਨਹੀਂ ਮੈਂ ਕਹਿ ਸਕਦਾ ਵੀ ਜੜੋਂ ਖਤਮ ਹੋ ਗਈ। ਹਜੇ ਵੀ ਸਾਡੇ ਹਸਪਤਾਲ ਦੇ ਵਿੱਚ ਕੇਸ ਆਉਂਦੇ ਨੇ ਅਤੇ ਜਾਨਾਂ ਵੀ ਜਾਂਦੀਆਂ, ਪਰ ਅੱਗੇ ਨਾਲੋਂ ਜਿਹੜੀ ਇਹਦੀ ਮੈਂ ਕਹਾਂਗਾ ਵੀ ਪਰਸੈਂਟੇਜ ਵਾਈਜ਼ ਇੱਕ ਇਹੋ ਜਿਹਾ ਟਾਈਮ ਸੀ ਵੀ ਸਾਡੇ ਹਸਪਤਾਲ ਦੇ ਵਿੱਚ ਤਕਰੀਬਨ 100 ਪੇਸ਼ੈਂਟ ਸੀਗੇ ਕੋਵਿਡ ਦੇ। ਹੁਣ ਤਕਰੀਬਨ 6-7 ਦੀ ਗਿਣਤੀ ਚੱਲ ਰਹੀ ਆ। ਸੋ ਲੋਕਾਂ ਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ, ਪਰਹੇਜ਼ ਅਜੇ ਵੀ ਰੱਖਣ ਦੀ ਲੋੜ ਆ। ਜਦੋਂ ਬਹੁਤ ਸਾਰੇ ਹੁਣ ਵੈਕਸੀਨਸ ਵੀ ਆ ਗਏ ਆ, ਵੱਖ ਕੰਪਨੀਆਂ ਨੇ ਕੱਢ ਦਿੱਤੇ ਆ। 3 ਕੰਪਨੀਜ਼ ਜਿਹੜੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਅਮਰੀਕਾ 'ਚ ਵੈਕਸੀਨੇਟ ਉਹਦੇ ਨਾਲ ਲੋਕਾਂ ਨੂੰ ਕਰ ਰਹੇ ਆ। ਇੰਡੀਆ 'ਚ ਵੱਖਰੇ ਟਾਈਪ ਦੀਆਂ ਜਾਂ ਇੰਗਲੈਂਡ 'ਚ ਵੱਖਰੇ ਟਾਈਪ ਦੀਆਂ, ਕੀ ਚੱਕਰ ਹੁੰਦਾ ਜੀ ਇਹਦਾ? ਦੇਖੋ ਜੀ, ਵੈਕਸੀਨ ਆ ਜਿਹੜੀਆਂ ਕੋਵਿਡ ਬਾਰੇ ਬਣੀਆਂ ਨੇ, ਇਹ ਸਾਰੀਆਂ ਬੜੇ ਥੋੜ੍ਹੇ ਟਾਈਮ ਦੇ ਵਿੱਚ ਸਾਇੰਸਦਾਨਾਂ ਨੇ ਇਹ ਵੈਕਸੀਨਸ ਬਣਾਈਆਂ ਨੇ। ਪਰ ਜਿਹੜੀ ਵੈਕਸੀਨ ਬਣਾਉਣ ਦੀ ਟੈਕਨੋਲੋਜੀ ਆ, ਇਹ ਟੈਕਨੋਲੋਜੀ ਕੋਈ 25 ਸਾਲ ਪੁਰਾਣੀ ਆ। ਜਿਹੜੀ ਖਾਸ ਕਰਕੇ ਆਪਣੀ ਫਾਈਜ਼ਰ ਅਤੇ ਮੋਡਰਨਾ ਦੀ ਵੈਕਸੀਨ ਆ ਨਾ, ਇਹਨੂੰ ਮੈਸੇਂਜਰ RNA ਦੇ ਥਰੂ ਇਹ ਕੰਮ ਕਰਦੀ ਆ। ਜਿਹੜੀਆਂ ਦੂਜੀਆਂ ਵੈਕਸੀਨ ਆ ਉਹਨਾਂ ਦੀ ਜਿਹੜੀ ਟੈਕਨੋਲੋਜੀ ਥੋੜ੍ਹੀ ਵੱਖਰੀ ਹੈਗੀ ਆ,
ਪਰ ਜੋ ਇਹਨਾਂ ਦੀ ਮੈਂ ਕਹਾਂਗਾ ਵੀ ਬਿਮਾਰੀ ਰੋਕਣ ਦੀ ਸ਼ਮਤਾ ਉਹ ਤਕਰੀਬਨ ਬਰਾਬਰ ਆ। ਤੇ ਅਮਰੀਕਾ ਦੇ ਵਿੱਚ ਜ਼ਿਆਦਾ ਲੋਕਾਂ ਨੇ ਜਿਹੜੀ ਵੈਕਸੀਨ ਲਵਾਈ ਹੈਗੀ ਆ ਉਹ ਫਾਈਜ਼ਰ ਤੇ ਆਪਣੀ ਮੋਡਰਨਾ ਦੀ ਲਵਾਈ ਆ। ਜਿਹੜੀ ਮੇਰੇ ਹਿਸਾਬ ਨਾਲ ਫਾਈਜ਼ਰ ਦੀ ਵੈਕਸੀਨ ਕਾਫੀ ਅੱਛੀ ਆ, ਪਰ ਉਹਦੀ ਇੱਕ ਮੁਸ਼ਕਿਲ ਆ ਵੀ ਉਹਨੂੰ ਬੜੇ ਨਾ ਉਹਨੂੰ ਬਹੁਤ ਲੋ ਟੈਂਪਰੇਚਰ 'ਤੇ ਰੱਖਣਾ ਪੈਂਦਾ। ਸੋ ਉਹ ਜਿਹੜਾ ਇੰਤਜ਼ਾਮ ਹੈ ਹਰ ਜਗ੍ਹਾ ਮੁਹੱਈਆ ਨਹੀਂ ਹੈਗਾ। ਜਿਵੇਂ ਕੋਈ ਕਲੀਨਿਕਾਂ ਦੇ ਵਿੱਚ ਵੱਡੇ ਹਸਪਤਾਲਾਂ ਜਾਂ ਵੱਡੇ ਅਦਾਰੇ ਤਾਂ ਉਹਨੂੰ ਲੋ ਟੈਂਪਰੇਚਰ ਰੱਖ ਸਕਦੇ ਨੇ। ਸੋ ਮੋਡਰਨਾ ਨੂੰ ਇੰਨੇ ਘੱਟ ਟੈਂਪਰੇਚਰ 'ਤੇ ਨਹੀਂ ਰੱਖਣਾ ਪੈਂਦਾ। ਅਤੇ ਜਿਹੜੀ ਹੈਗੀ ਆ ਆਪਣੀ ਜੌਨਸਨ ਐਂਡ ਜੌਨਸਨ ਦੀ ਉਹ ਵੈਕਸੀਨ ਜਿਹੜੀ ਹੈਗੀ ਆ ਉਹਦੀ ਟੈਕਨੋਲੋਜੀ ਥੋੜ੍ਹੀ ਵੱਖਰੀ ਹੈਗੀ ਆ। ਉਹਦੇ ਲੇਟਲੀ ਕੁਛ ਕੇਸ ਵੀ ਹੋਏ ਸੀ ਵੀ ਜਦੋਂ ਕੁਛ ਜਿਹੜੀਆਂ ਲੇਡੀਜ਼ ਸੀਗੀਆਂ ਯੰਗ ਏਜ ਦੇ ਵਿੱਚ ਉਹਨਾਂ ਦੇ ਵਿੱਚ ਬਲੱਡ ਕਲੌਟ ਬਣੇ ਸੀ, ਉਹ ਵੀ ਉਹਨਾਂ ਨੇ ਲੱਭ ਲਿਆ ਵੀ ਕਿਉਂ ਬਣੇ ਨੇ। ਸੋ ਓਵਰਆਲ ਜਿਹੜੀ ਵੈਕਸੀਨ ਹੈਗੀਆਂ ਇਹ ਸੇਫ ਨੇ। ਦੇਖੋ ਸਾਈਡ ਇਫੈਕਟ ਆਪਾਂ ਬਾਅਦ 'ਚ ਡਿਟੇਲ 'ਚ ਗੱਲ ਕਰਾਂਗੇ, ਪਰ ਇਹ ਵੈਕਸੀਨ ਇਫੈਕਟਿਵ ਨੇ ਤੇ ਨੇ। ਕਿੰਨੀ ਕੁ ਏਜ ਤੋਂ ਜਿਹੜਾ ਵੈਕਸੀਨ ਲਵਾ ਲੈਣੀ ਚਾਹੀਦੀ ਆ? ਦੇਖੋ ਜੀ, ਜਿਹੜਾ ਰਾਈਟ ਨਾਓ CDC ਦੀ ਰਿਕਮੈਂਡੇਸ਼ਨ ਹੈਗੀ ਆ, ਜੋ ਵੈਕਸੀਨਸ ਨੂੰ ਉਹਨਾਂ ਨੇ ਸਟੱਡੀ ਕੀਤਾ ਹੈਗਾ, ਉਹਨਾਂ ਨੇ ਕਿਹਾ ਵੀ 16 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਲਈ ਅਮਰੀਕਾ 'ਚ ਈਵਨ ਕਿ ਕੈਲੀਫੋਰਨੀਆ 'ਚ ਤਾਂ ਕੋਈ ਵੀ ਬੱਚਾ ਜਿਹਦੀ ਉਮਰ 16 ਸਾਲ ਤੋਂ ਉੱਤੇ ਉਹ ਵੈਕਸੀਨ ਲਵਾ ਸਕਦਾ। ਜੀ। ਤੇ ਫਾਈਜ਼ਰ ਨੇ ਅਪਲਾਈ ਕੀਤਾ 12 ਸਾਲ ਤੋਂ ਉੱਤੇ। ਅਜੇ ਉਹ ਅਪਰੂਵ ਨਹੀਂ ਹੋਇਆ, ਪਰ ਹੋ ਸਕਦਾ ਵੀ 1-2 ਮਹੀਨੇ ਦੇ ਵਿੱਚ 12 ਸਾਲ ਤੋਂ ਉੱਤੇ ਵਾਲੇ ਬੱਚੇ ਵੀ ਇਹ ਵੈਕਸੀਨ ਲਵਾ ਸਕਣ। ਤੇ ਪਹਿਲਾਂ ਸੀਗਾ ਵੀ ਵੱਡਿਆਂ ਨੂੰ ਪਹਿਲਾਂ ਲਾਈ ਜਾਵੇ ਜਾਂ ਜਿਹੜੇ ਹੈਲਥ ਕੇਅਰ 'ਚ ਕੰਮ ਕਰਦੇ, ਹੁਣ ਤਾਂ ਸਾਰਿਆਂ ਲਈ ਖੋਲ੍ਹ ਦਿੱਤੀ ਆ। ਹੁਣ ਤਾਂ ਓਪਨ ਹੀ ਹੋ ਗਏ ਸਾਰੇ ਪਾਸੇ, ਕਿਤੇ ਵੀ। ਹਾਂਜੀ, ਜਿੱਥੋਂ ਵੀ ਤੁਹਾਨੂੰ ਮੇਰੇ ਖਿਆਲ ਵਾਲਮਾਰਟ ਹੋ ਗਿਆ ਜਾਂ ਹੋਰ ਜਿਹੜੇ ਵੱਡੇ ਸਟੋਰ ਉਹਨਾਂ 'ਚ ਵੀ। ਹਾਂਜੀ, ਇਹਦਾ ਬੈਸਟ ਤਰੀਕਾ ਤਾਂ ਇਹ ਹੈਗਾ ਵੀ ਤੁਸੀਂ ਆਪਣਾ ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਆਪਣੀ ਕਾਊਂਟੀ ਜਿਹੜਾ ਜ਼ਿਲ੍ਹਾ ਹੁੰਦਾ ਉਹਦੀ ਵੈਬਸਾਈਟ 'ਤੇ ਜਾ ਕੇ, ਜਾਂ ਜਿਵੇਂ ਤੁਸੀਂ ਸੈਕਰਾਮੈਂਟੋ ਕਾਊਂਟੀ .org ਆ ਜਾਂ ਜੂਬਾ ਕਾਊਂਟੀ ਆ ਜਾਂ ਸਟਰ ਕਾਊਂਟੀ ਉੱਥੇ ਜਾ ਕੇ ਉਹ ਤੁਹਾਨੂੰ ਉਹਨਾਂ ਨੇ ਸਰਕਾਰ ਨੇ ਬਹੁਤ ਹੀ ਵਧੀਆ ਇੰਤਜ਼ਾਮ ਕੀਤਾ ਹੋਇਆ, ਦੱਸਿਆ ਹੋਇਆ ਐਗਜ਼ੈਕਟਲੀ ਕਿੱਥੇ ਵੈਕਸੀਨ ਮਿਲ ਸਕਦੀ ਆ। ਉਹ ਤੁਸੀਂ ਔਨਲਾਈਨ ਹੀ ਜੀ ਕਰ ਸਕਦੇ ਹੋ। ਪਰ ਕੁਛ ਜੇ ਬੱਚੇ ਜਿਹੜੇ ਸਾਡੇ ਹੈਗੇ ਉਹ ਹੈਲਪ ਕਰ ਰਹੇ ਨੇ, ਜਕਾਰਾ ਵਾਲੇ ਬੱਚੇ ਨੇ ਜਿਹੜੇ ਕਈ ਸਾਡੇ ਬਜ਼ੁਰਗ ਨਹੀਂ ਆਪਣਾ ਔਨਲਾਈਨ ਜਾ ਸਕਦੇ, ਉਹ ਫੋਨ ਕਰਕੇ ਵੀ ਉਹਨਾਂ ਦੀਆਂ ਅਪੁਆਇੰਟਮੈਂਟਾਂ ਬਣਾਉਣ 'ਚ ਹੈਲਪ ਕਰਦੇ ਨੇ। ਲੋਕ ਬਹੁਤ ਡਰਦੇ ਆ ਕਿ ਅਸੀਂ ਵੈਕਸੀਨ ਨਹੀਂ ਕਰਾਉਣੀ, ਉਹਨਾਂ ਨੂੰ ਪਤਾ ਨਹੀਂ ਕਿਉਂ, ਸਾਈਕੋਲੋਜੀਕਲ ਇਫੈਕਟ ਕਿ ਕੀ ਚੱਕਰ ਆ। ਦੇਖੋ ਜੀ, ਇੱਦਾਂ ਹੈਗਾ, ਮੈਂ ਇਹ ਗੱਲ ਬੜੀ ਸਪਸ਼ਟ ਅਤੇ ਕੀ ਕਹਾਂਗਾ ਵੀ ਬੇਨਤੀ ਦੇ ਰੂਪ 'ਚ ਤੁਹਾਨੂੰ ਇਹ ਗੱਲ ਕਹਿ ਰਿਹਾ ਹੈਗਾ। ਇਹ ਮਹਾਂਮਾਰੀ ਨੂੰ ਦੁਨੀਆ ਦੇ ਵਿੱਚ ਜੜੋਂ ਖ਼ਤਮ ਕਰਨ ਦਾ ਜੇ ਕੋਈ ਤਰੀਕਾ ਹੈਗਾ ਤਾਂ ਉਹ ਵੈਕਸੀਨ ਹੈਗੀ ਆ। ਸੋ ਮੈਂ ਆਪਣੀਆਂ ਅੱਖਾਂ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਮਰੀਜ਼ ਜਿਹੜੇ ਹੈਗੇ ਤੜਫਦੇ ਦੇਖੇ ਨੇ ਕਰੋਨਾ ਕਰਕੇ। ਸੋ ਵੈਕਸੀਨ ਦੇ ਜਿਹੜੇ ਸਾਈਡ ਇਫੈਕਟ ਨੇ ਉਹ ਬੜੇ ਮਿਨੀਮਲ ਨੇ, ਬਹੁਤ ਘੱਟ ਸਾਈਡ ਇਫੈਕਟ ਨੇ। ਮੈਜੋਰਟੀ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਵੱਧ ਤੋਂ ਵੱਧ ਤੁਹਾਡੀ ਜਿੱਥੇ ਟੀਕਾ ਲਵਾਇਆ ਮਾੜੀ ਮੋਟੀ ਸੋਰਨੈਸ ਉੱਥੇ ਹੋ ਗਈ, ਜਾਂ ਤੁਹਾਨੂੰ ਮਾੜਾ ਮੋਟਾ ਬੋਡੀ ਏਕਸ ਜਿਵੇਂ ਫਲੂ ਹੁੰਦਾ ਇੱਕ ਅੱਧਾ ਦਿਨ, ਉਹ 24 ਘੰਟੇ ਦੇ ਵਿੱਚ ਜਿਹੜੇ ਸਾਈਡ ਇਫੈਕਟ ਨੇ ਉਹ ਠੀਕ ਹੋ ਜਾਂਦੇ ਨੇ। ਪਰ ਇਹ ਜਿਹੜੇ ਇੰਡੀਕੇਸ਼ਨ ਇਹ ਚੰਗੇ ਹੁੰਦੇ ਕਿ ਮਾੜੇ ਹੁੰਦੇ ਆ ਜੇ ਕਿਸੇ ਨੂੰ? ਨਹੀਂ, ਇਹ ਤਾਂ ਕੋਈ ਨਹੀਂ ਜੀ, ਹਰ ਬੰਦੇ ਦੀ ਬੋਡੀ ਅੱਡ ਕਿਸਮ ਦੀ ਆ। ਜਿਵੇਂ ਮੈਂ ਲਵਾਇਆ ਸੀਗਾ, ਮੈਨੂੰ ਕੋਈ ਜ਼ਿਆਦਾ ਸਾਈਡ ਇਫੈਕਟ ਨਹੀਂ ਹੋਏ। ਮੇਰੀ ਵਾਈਫ ਨੂੰ 1-2 ਦਿਨ ਬੋਡੀ ਇੱਕ ਹੋਇਆ ਅਤੇ ਠੀਕ ਹੋ ਗਿਆ। ਸੋ ਗੱਲ ਇੱਥੇ ਆ ਕੇ ਮੈਂ ਮੁਕਾਉਣਾ ਵੀ ਜੇ ਤੁਹਾਨੂੰ ਕੋਵਿਡ ਹੋ ਗਈ ਫਿਰ ਹੋ ਸਕਦਾ ਵੀ ਕਈ ਹਫ਼ਤੇ ਤੁਹਾਨੂੰ ਲੱਗਣ ਠੀਕ ਹੋਣ ਨੂੰ, ਅਤੇ ਕੁਛ ਭੈਣ ਭਰਾ ਇਹੋ ਜਿਹੇ ਜਿਨ੍ਹਾਂ ਨੂੰ ਇਹ ਠੀਕ ਹੋਣਾ ਵੀ ਨਸੀਬ ਨਹੀਂ ਹੁੰਦਾ। ਸੋ ਤੁਸੀਂ ਰਿਸਕ ਬੈਨੀਫਿਟ ਦੇਖੋ। ਨਾਲੇ ਦੂਜਾ ਇਹ ਹੈਗਾ ਵੀ ਇਹ ਬਿਮਾਰੀ ਅਜੇ ਖਤਮ ਨਹੀਂ ਹੋਈ, ਜੀ ਘਟ ਗਈ ਆ। ਹੋ ਸਕਦਾ ਵੀ ਜਦੋਂ ਮੌਸਮ ਬਦਲਣਾ, ਮੁੜ ਕੇ ਇੱਥੇ ਆਪਣੇ ਪਤਝੜ ਦੇ ਦਿਨ ਆਉਂਦੇ, ਜਦੋਂ ਠੰਡ ਹੋਣੀ ਸ਼ੁਰੂ ਹੁੰਦੀ ਆ, ਹੋ ਸਕਦਾ ਬਿਮਾਰੀ ਦੁਬਾਰਾ ਵੀ ਆ ਸਕਦੀ ਆ। ਸੇਮ ਫਲੂ ਟਾਈਪ। ਹਾਂਜੀ, ਸੇਮ ਫਲੂ ਟਾਈਪ ਵੈਕਸੀਨ ਜਿਹੜੀ ਬਿਮਾਰੀ ਆ ਸਕਦੀ ਆ। ਅਤੇ ਇਹ ਕਈ ਲੋਕ ਪੁੱਛਦੇ ਨੇ ਵੀ ਇਹ ਤਾਂ ਇੱਕ ਜ਼ੁਕਾਮ ਹੀ ਹੈ। ਹਾਂ, ਉਸੇ ਬਰਾਦਰੀ ਨੂੰ ਬਿਲੋਂਗ ਕਰਦਾ, ਪਰ ਇਹ ਆਲਮੋਸਟ 10 ਗੁਣਾ ਉਹਦੇ ਨਾਲੋਂ ਜ਼ਿਆਦਾ ਭਿਅੰਕਰ ਆ। ਸੋ ਜੇ ਆਪਣੇ ਕੋਲ ਇੱਕ ਵੈਕਸੀਨ ਹੈਗੀ ਜਿਹੜੀ ਸੇਫ ਹੈਗੀ ਆ, ਅਤੇ ਅਮਰੀਕਾ ਦੇ ਵਿੱਚ ਤਕਰੀਬਨ 15 ਕਰੋੜ ਲੋਕ, ਆਲਮੋਸਟ 150 ਮਿਲੀਅਨ ਲੋਕ ਇਹ ਵੈਕਸੀਨ ਲਵਾ ਚੁੱਕੇ ਨੇ। ਸੋ ਆਪਣੇ ਪਹਿਲਾਂ ਤਾਂ ਸ਼ੁਰੂ 'ਚ ਤਾਂ ਡਰ ਸੀਗਾ, ਜਦੋਂ ਮੈਂ ਲਵਾਈ ਸੀ ਮੈਂ ਪਹਿਲੇ ਬੰਦਿਆਂ 'ਚੋਂ ਸੀ ਯੂਬਾ ਸਿਟੀ 'ਚ ਵੀ, ਉਦੋਂ ਸਾਨੂੰ ਪਤਾ ਨਹੀਂ ਸੀ। ਹੁਣ ਤਾਂ ਇਹ ਵੈਕਸੀਨ ਨੂੰ ਲੱਗਦੀ ਨੂੰ ਕੋਈ ਜਨਵਰੀ ਦੀ ਇਹ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਰਹੀ ਆ, ਹੁਣ ਆਪਾਂ ਮਈ ਵਿੱਚ ਆ ਗਏ ਹਾਂ। ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਆ। ਤੁਸੀਂ ਇਹ ਵੈਕਸੀਨ ਨੂੰ ਜ਼ਰੂਰ ਲਵਾਓ। ਜੇ ਤੁਸੀਂ ਅਜੇ ਤਾਈਂ ਨਹੀਂ ਲਵਾਈ, ਕੱਲ੍ਹ ਨੂੰ ਹੀ ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬਣਾਓ ਅਤੇ ਵੈਕਸੀਨ ਲਵਾਓ। ਇਹ ਇੱਕੋ ਇੱਕ ਤਰੀਕਾ ਜਿਹਦੇ ਨਾਲ ਕਿ ਇਹ ਬਿਮਾਰੀ ਨੂੰ ਆਪਾਂ ਦੁਨੀਆ ਵਿੱਚ ਜੜੋਂ ਖਤਮ ਕਰ ਸਕਦੇ ਹਾਂ। ਡਾਕਟਰ ਸਾਹਿਬ, ਵੈਕਸੀਨ ਫਰਜ਼ ਕੀਤਾ ਅੱਜ ਲਵਾਈ ਆ, ਦੁਬਾਰਾ ਵੀ ਲਵਾਉਣ ਦੀ ਲੋੜ ਹੈਗੀ ਜੀ? ਹਾਂਜੀ, ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਵੈਕਸੀਨ ਜਿਹੜੀਆਂ ਮੋਡਰਨਾ ਅਤੇ ਫਾਈਜ਼ਰ ਇਹਨਾਂ ਦੇ 2 ਟੀਕੇ ਲੱਗਦੇ ਨੇ। ਸੋ ਜਿਹੜੀ ਤੁਹਾਡੀ ਇਮਿਊਨਿਟੀ ਆ
ਬੇਸ਼ੱਕ ਥੋੜ੍ਹੀ ਬਹੁਤੀ ਇੱਕ ਟੀਕੇ ਨਾਲ ਵੀ ਹੋ ਜਾਂਦੀ ਆ, ਪਰ ਰਿਕਮੈਂਡੇਸ਼ਨ ਇਹ ਆ ਵੀ ਦੂਜਾ ਟੀਕਾ ਲਵਾਉਣ ਤੋਂ 15 ਦਿਨ ਬਾਅਦ ਤੁਹਾਡੀ ਇਮਿਊਨਿਟੀ ਡਿਵੈਲਪ ਹੁੰਦੀ ਆ। ਓਕੇ। ਤੇ ਇਹ ਇਮਿਊਨਿਟੀ ਕਿੰਨੀ ਦੇਰ ਰਹਿੰਦੀ ਆ ਇਸ ਬਾਰੇ ਸਾਨੂੰ ਵੀ ਨਹੀਂ ਪਤਾ। ਅਜੇ ਕਿਹਾ ਜਾਂਦਾ ਵੀ ਇਹ 6 ਮਹੀਨੇ ਤੋਂ 1 ਸਾਲ ਰਹੇਗੀ। ਓਕੇ। ਹੋ ਸਕਦਾ ਵੀ ਸਾਨੂੰ ਇਹ ਟੀਕੇ ਦੁਬਾਰਾ ਵੀ ਲਵਾਉਣੇ ਪੈਣ। ਤੋਂ ਅਜੇ ਕਿਉਂਕਿ ਟੀਕੇ ਲੱਗਣੇ ਹੀ ਅਜੇ ਥੋੜ੍ਹੀ ਦੇਰ ਪਹਿਲਾਂ ਸ਼ੁਰੂ ਹੋਏ ਨੇ, ਉਹ ਇਮਿਊਨਿਟੀ ਲੈਵਲ ਚੈੱਕ ਕਰ ਰਹੇ ਨੇ ਜਿਹੜੇ ਸਾਇੰਸਦਾਨ ਨੇ। ਹਜੇ ਤਾਈਂ ਲੈਵਲ ਲੋਕਾਂ ਦੇ ਸਟੇਬਲ ਨੇ, ਹਜੇ ਤਾਈਂ 6 ਮਹੀਨੇ ਹੀ ਹੋਏ ਨੇ, 6 ਵੀ ਨਹੀਂ ਹੋਏ ਲੱਗਦੀ ਨੂੰ ਵੈਕਸੀਨ ਨੂੰ। ਸੋ ਹਜੇ ਤਾਈਂ ਉਹ ਇਮਿਊਨ ਹੈ। ਤੇ ਜੇ ਕਿਸੇ ਨੂੰ ਕੋਵਿਡ ਪਹਿਲਾਂ ਹੋ ਚੁੱਕੀ ਆ ਉਹਨੂੰ ਵੀ ਅਸੀਂ ਰਿਕਮੈਂਡ ਕਰਦੇ ਹਾਂ ਵੀ ਉਹ 3 ਮਹੀਨੇ ਵੇਟ ਕਰ ਸਕਦਾ, ਤੇ ਉਹਨਾਂ ਨੂੰ ਵੀ ਟੀਕਾ ਲਵਾਉਣਾ ਚਾਹੀਦਾ। ਕਿਉਂਕਿ ਕਈਆਂ ਨੂੰ ਕੋਵਿਡ ਜਿਹੜੀ ਹੋਈ ਆ ਬੜੀ ਮਾਈਲਡ ਐਪੀਸੋਡ ਹੋਇਆ ਤੇ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਬੂਸਟ ਨਹੀਂ ਹੁੰਦਾ। ਜਿਹੜੀ ਵੈਕਸੀਨ ਹੈ ਅਕਸਰ ਇਹ ਲੋਕ ਪੁੱਛਦੇ ਆ ਵੀ ਕੰਮ ਕਿਵੇਂ ਕਰਦੀ ਆ। ਜੀ ਜੀ। ਸੋ ਜਿਹੜਾ ਆਪਣੀ ਬਾਡੀ ਆ, ਕੁਦਰਤ ਨੇ ਸਾਡੇ ਸਰੀਰ ਨੂੰ ਇੱਦਾਂ ਦਾ ਬਣਾਇਆ ਵੀ ਅਸੀਂ ਜਿਹੜੀਆਂ ਬਿਮਾਰੀਆਂ ਤੋਂ ਆਪਣੀ ਬਾਡੀ ਆ ਉਹਨਾਂ ਨੂੰ ਇੱਕ ਡਿਫੈਂਸ ਮੈਕੈਨਿਜ਼ਮ ਹੈ, ਫਾਈਟ ਕਰਦੀ ਆ ਜੀ। ਸੋ ਜਿਹੜੀ ਵੈਕਸੀਨ ਹੈ ਉਹ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਸਟਰੋਂਗ ਕਰਦੀ ਆ। ਉਹ ਜਿਹੜੀ ਵੈਕਸੀਨ ਦੀ ਜਿਹੜੀ ਵਾਇਰਸ ਦੀ ਜਦੋਂ ਸਾਡੀ ਬਾਡੀ 'ਚ ਆਉਂਦੀ ਆ ਉਹਨੂੰ ਅੰਦਰ ਵੜਨ ਤੋਂ ਰੋਕਦੀ ਆ ਜੀ। ਸੋ ਇਹ ਜਿਹੜੀ ਹੈਗੀ ਟੈਕਨੋਲੋਜੀ, ਇਹ ਤਾਂ ਦੇਖੋ ਵੈਕਸੀਨ ਤਾਂ ਹੁਣ ਆਪਾਂ ਸਾਰਿਆਂ ਨੂੰ ਪਤਾ ਵੀ ਪੋਲੀਓ ਕਿੰਨੀ ਮਾੜੀ ਬਿਮਾਰੀ ਸੀ। ਜੀ ਜੀ। ਜਿਹੜੇ ਖੈਰ ਬੱਚਿਆਂ ਨੂੰ ਤਾਂ ਨਹੀਂ ਪਤਾ, ਜਿਹੜੇ ਸਾਡੀ ਉਮਰ ਦੇ ਆ, ਸਾਡੀ ਵੱਡੀ ਉਮਰ ਦੇ ਨੇ, ਕਿੰਨਾ ਉਹ ਵੈਕਸੀਨ ਨੇ ਹੀ ਖਤਮ ਕੀਤਾ। ਮਾਤਾ ਨਿਕਲਦੀ ਸੀ ਸਮਾਲ ਪੌਕਸ, ਸਾਰਿਆਂ ਨੂੰ ਪਤਾ ਵੀ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਗਵਾਈ ਸੀ, ਲੋਕ ਮਰ ਵੀ ਜਾਂਦੇ ਸੀ, ਲੋਕਾਂ ਦੇ ਮੂੰਹਾਂ 'ਤੇ ਨਿਸ਼ਾਨ ਹੁੰਦੇ ਸੀ। ਉਹਨੂੰ ਖਤਮ ਕੀਤਾ ਦੁਨੀਆ ਦੇ ਵਿੱਚੋਂ ਵੈਕਸੀਨ ਨੇ ਖਤਮ ਕੀਤਾ ਹੈਗਾ। ਸੋ ਵੈਕਸੀਨ ਇੱਕ ਜਿਹੜੀ ਇਹ ਟੈਕਨੋਲੋਜੀ ਹੈ ਇਹ ਕੋਈ ਨਵੀਂ ਟੈਕਨੋਲੋਜੀ ਨਹੀਂ ਹੈਗੀ। ਸੋ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਡਰਦੇ ਕਿਉਂ ਨੇ। ਮੈਂ ਐਜ਼ ਅ ਡਾਕਟਰ ਇਹ ਚੀਜ਼ ਰਿਕਮੈਂਡ ਕਰਦਾ, ਮੇਰੀ ਫੈਮਿਲੀ, ਮੇਰੀ ਮਦਰ, ਮੇਰੇ ਭੈਣ ਭਰਾ, ਮੇਰੇ ਬੱਚੇ ਸਭ ਨੇ ਲਵਾਈ ਆ। ਸੋ ਮੈਂ ਤਾਂ ਇਹੀ ਤੁਹਾਨੂੰ ਵੀ ਆਪਣੇ ਭੈਣ ਭਰਾ ਸਮਝ ਕੇ ਬੇਨਤੀ ਕਰ ਰਿਹਾ ਵੀ ਤੁਸੀਂ ਵੀ ਲਵਾਓ। ਇਹ ਤਾਂ ਗੱਲ ਹੋ ਗਈ ਆਮ ਨੋਰਮਲ ਬੰਦੇ ਜੇ ਬਿਲਕੁਲ ਤੰਦਰੁਸਤ ਆ ਉਹ ਤਾਂ ਵੈਕਸੀਨ ਲਵਾ ਸਕਦੇ। ਜੇ ਬੰਦਾ ਕੋਈ ਬਿਮਾਰੀ ਤੋਂ ਉੱਠਿਆ ਉਹ ਕਿੰਨੀ ਦੇਰ ਬਾਅਦ ਜਿਹੜਾ ਵੈਕਸੀਨ ਲਵਾ ਸਕਦਾ? ਕੋਈ ਇੱਦਾਂ ਦੀ ਰਿਸਟ੍ਰਿਕਸ਼ਨ ਨਹੀਂ ਜੀ, ਵੈਕਸੀਨ ਤੁਸੀਂ ਲਵਾ ਸਕਦੇ ਹੋ। ਕੁਛ ਹੈਗੀਆਂ ਵੀ ਜੇ ਤੁਹਾਨੂੰ ਕੋਈ ਰੇਅਰ ਫਾਰਮ ਆਫ ਕੈਂਸਰ ਆ, ਤੁਸੀਂ ਕਿਸੇ ਸਪੈਸ਼ਲ ਕੀਮੋਥੈਰੇਪੀ ਜਾਂ ਉਸ 'ਤੇ ਹੈਗੇ, ਉਹਦੇ ਲਈ ਤੁਸੀਂ ਆਪਣੇ ਡਾਕਟਰ ਤੋਂ ਸਲਾਹ ਲੈ ਸਕਦੇ ਹੋ। ਓਕੇ। ਪਰ ਅਦਰਵਾਈਜ਼ ਕੋਈ ਵੈਕਸੀਨ ਲਵਾਉਣ ਦੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕੰਟਰਾ ਇੰਡੀਕੇਸ਼ਨ ਜਾਂ ਮੈਡੀਕਲ ਵਰਡ ਆ, ਵੀ ਨਾ ਲਵਾਉਣ ਦੀ ਕੋਈ ਵਜ੍ਹਾ ਨਹੀਂ ਆ। ਕਈ ਲੋਕ ਵੈਕਸੀਨ ਲਵਾਉਣ ਤੋਂ ਬਾਅਦ ਦਵਾਈ ਖਾ ਲੈਂਦੇ, ਕੋਈ ਵੀ ਸਾਨੂੰ ਬੁਖਾਰ ਹੋ ਗਿਆ ਜਾਂ ਉਹਨਾਂ ਦਾ ਸਰੀਰ ਟੁੱਟਦਾ, ਉਹ ਕੋਈ ਸਾਈਡ ਇਫੈਕਟ ਤਾਂ ਨਹੀਂ ਕਰਦੀ ਦਵਾਈ? ਨਹੀਂ, ਤੁਸੀਂ ਲੈ ਸਕਦੇ ਹੋ, ਖਾ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਦੇਖੋ ਅਸੀਂ ਰਿਕਮੈਂਡ ਕਰਦੇ ਹਾਂ ਵੀ ਤੁਸੀਂ ਕੋਈ ਇੱਦਾਂ ਦੀ ਦਵਾਈ ਨਾ ਲਓ ਜਿਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਪਰੈਸ ਹੋਵੇ। ਪਰ ਜੇ ਤੁਹਾਨੂੰ ਬਾਡੀ ਏਕ ਜਾਂ ਫੀਵਰ ਹੋਇਆ ਤੁਸੀਂ ਟਾਇਲੇਨੋਲ ਵਗੈਰਾ ਲੈ ਸਕਦੇ ਹੋ, ਕੋਈ ਉਹਦਾ ਸਾਈਡ ਇਫੈਕਟ ਨਹੀਂ, ਕੋਈ ਸਾਈਡ ਇਫੈਕਟ ਨਹੀਂ ਜੀ। ਤੇ ਕਈ ਵਾਰੀ ਲੇਡੀਜ਼ ਵੀ ਪ੍ਰੈਗਨੈਂਟ ਹੁੰਦੀਆਂ ਤੇ ਉਹ ਕੀ ਵੈਕਸੀਨ ਲਵਾ ਸਕਦੀਆਂ? ਇੱਦਾਂ ਹੈਗਾ ਵੀ ਜਿਹੜੀ ਇਹ ਵੈਕਸੀਨ ਆ ਇਹ ਉਹਨਾਂ ਨੇ ਸਟੱਡੀ ਨਹੀਂ ਕੀਤੀ ਹੈਗੀ ਪ੍ਰੈਗਨੈਂਟ ਪੇਸ਼ੈਂਟਸ ਦੇ ਵਿੱਚ। ਪਰ ਜੇ ਤੁਸੀਂ ਹੈਲਥ ਕੇਅਰ ਵਰਕਰ ਹੋ, ਜਿਵੇਂ ਤੁਸੀਂ ਨਰਸ ਹੋ ਜਾਂ ਡਾਕਟਰ ਹੋ, ਤਾਂ ਜੇ ਤੁਹਾਨੂੰ ਪ੍ਰੈਗਨੈਂਸੀ ਦਾ ਪੋਸੀਬਿਲਿਟੀ ਹੈਗੀ ਆ, ਉਸ ਦੇ ਬਾਰੇ ਡੇਟਾ ਨਹੀਂ, ਪਰ ਤੁਸੀਂ ਵੈਕਸੀਨ ਲਵਾ ਸਕਦੇ ਹੋ। ਮੈਂ ਕਈ ਪੇਸ਼ੈਂਟ ਦੇਖੇ ਨੇ ਜਿਹੜੀਆਂ ਪ੍ਰੈਗਨੈਂਟ ਲਵਾਏ ਨੇ, ਜਿਨ੍ਹਾਂ ਨੇ ਵੈਕਸੀਨ ਲਵਾਈ ਆ ਉਹਨਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ। ਪਰ ਦੂਜੇ ਪਾਸੇ ਇਹ ਵੀ ਸੋਚੋ ਵੀ ਜੇ ਪ੍ਰੈਗਨੈਂਸੀ ਦੇ ਵਿੱਚ ਕੋਵਿਡ ਹੋ ਜੇ ਜੀ ਜੀ, ਫਿਰ 2 ਬੰਦਿਆਂ ਦੀ ਜਾਨ ਖਤਰੇ 'ਚ ਆਉਂਦੀ ਆ। ਸੋ ਇਹ ਕਹਿ ਸਕਦਾ ਵੀ ਜਿਹੜਾ ਸਾਇੰਟੀਫਿਕ ਡਾਟਾ ਇਸ ਚੀਜ਼ ਬਾਰੇ ਸਾਡੇ ਕੋਲ ਇੰਨਾ ਉਪਲਬਧ ਨਹੀਂ ਹੈਗਾ। ਪਰ ਜੇ ਤੁਸੀਂ ਟੀਕੇ ਤੋਂ ਬਾਅਦ ਪ੍ਰੈਗਨੈਂਟ ਹੋ ਜਾਂਦੇ ਹੋ ਤਾਂ ਕੋਈ ਐਡੀ ਜ਼ਿਆਦਾ ਫਿਕਰ ਵਾਲੀ ਗੱਲ ਨਹੀਂ ਆ। ਡਾਕਟਰ ਸਾਹਿਬ ਬਹੁਤ ਸਾਰੇ ਹਾਲੇ ਵੀ ਗੱਲ ਫਿਰ ਮੈਂ ਮੋੜ ਤੋੜ ਕੇ ਉੱਥੇ ਲੈ ਕੇ ਆਉਂਦਾ ਵੀ ਲੋਕੀ ਕਨਵਿੰਸ ਨਹੀਂ ਹੈਗੇ, ਲੋਕੀ ਹਾਲੇ ਵੀ ਡਰਦੇ, ਉਹਨਾਂ ਨੂੰ ਕਨਵਿੰਸ ਕਰਨ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਦੇਖੋ ਜੀ, ਜਿਹੜਾ ਅੰਧ ਵਿਸ਼ਵਾਸ ਆ, ਜੀ ਜੀ, ਤੁਸੀਂ ਆਪਣੇ ਮੈਡੀਕਲ ਪ੍ਰੋਫੈਸ਼ਨ ਨਾਲ ਸਲਾਹ ਕਰੋ। ਜੇ ਤੁਹਾਨੂੰ ਮੇਰੀ ਗੱਲ 'ਤੇ ਭਰੋਸਾ ਨਹੀਂ, ਤੁਸੀਂ ਜਿਹੜਾ ਵੀ ਤੁਹਾਡਾ ਡਾਕਟਰ ਆ, ਤੁਸੀਂ ਪ੍ਰੋਫੈਸ਼ਨਲ ਬੰਦੇ ਦੀ ਸਲਾਹ ਲਓ। ਤੁਸੀਂ ਇਹ ਜਿਹੜੇ ਕਈ ਨੀਮ ਹਕੀਮ YouTube 'ਤੇ ਬੋਲਦੇ ਨੇ, ਜਿਨ੍ਹਾਂ ਦੀ ਕੋਈ MD ਦੀ ਡਿਗਰੀ ਨਹੀਂ ਹੈਗੀ, ਜਾਂ ਕੋਈ ਸਿਆਸੀ ਕਿਸੇ ਦਾ ਕੋਈ ਪੋਲੀਟੀਕਲ ਮਤਲਬ ਹੈਗਾ ਕਈ, ਜਾਂ ਕੋਈ ਧਾਰਮਿਕ ਉਹਨਾਂ ਦੇ ਰੀਜ਼ਨ ਹੈਗੇ ਆ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਪਰ ਮੈਂ ਐਜ਼ ਅ ਡਾਕਟਰ ਜੋ ਸਾਇੰਸ ਕਹਿੰਦੀ ਆ ਉਹਦੇ ਮੁਤਾਬਕ ਜਿਹੜੀ ਵੈਕਸੀਨ ਹੈ ਇਹ ਕਾਫੀ ਸੇਫ ਹੈਗੀ ਆ। ਵੈਕਸੀਨ ਤੁਹਾਨੂੰ ਕੋਵਿਡ ਤੋਂ ਬਚਾਏਗੀ। ਇਹ ਨਹੀਂ ਵੀ ਤੁਹਾਨੂੰ ਕੋਵਿਡ ਨਹੀਂ ਹੋ ਸਕਦੀ, ਜੇ ਕੋਵਿਡ ਹੋਏਗੀ ਤਾਂ ਉਹਦੀ ਸੀਵੀਅਰਟੀ ਬਹੁਤ ਘੱਟ ਹੋਏਗੀ। ਸੋ ਵੈਕਸੀਨ ਲਵਾਉਣ ਦਾ ਫਾਇਦਾ ਹੀ ਫਾਇਦਾ ਹੈਗਾ। ਅਤੇ ਜੇ ਤੁਹਾਨੂੰ ਕੋਈ ਸ਼ੱਕ ਹੈਗੀ ਇਸ ਚੀਜ਼ ਬਾਰੇ, ਤੁਸੀਂ ਜਿਹੜੀ ਕਾਉਂਟੀ ਦੀਆਂ ਵੈਬਸਾਈਟਸ ਨੇ ਉਹਨਾਂ 'ਤੇ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਪਾਈ ਹੋਈ ਆ। ਜਿਹੜੇ ਕਹਿੰਦੇ ਨੇ ਫਰੀਕੁਐਂਟਲੀ ਆਸਕ ਕੁਐਸਚਨ, ਜਿਹੜੇ ਆਮ ਲੋਕਾਂ ਨੂੰ ਸਵਾਲ ਆ ਉਹਨਾਂ ਦੇ ਜਵਾਬ ਉਹਨਾਂ ਨੇ ਪਾਏ ਹੋਏ ਨੇ। CDC ਆ, ਸੈਂਟਰ ਫॉर ਡਿਜ਼ੀਜ਼ ਕੰਟਰੋਲ, ਉਹ ਰਿਕਮੈਂਡ ਕਰਦੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਰਿਕਮੈਂਡ ਕਰਦੀ ਆ।
ਈਵਨ ਕਿ ਸਾਡੇ ਜਿਹੜੇ ਕੰਟਰੀਆਂ ਦੇ ਰਾਸ਼ਟਰਪਤੀ ਨੇ ਜਾਂ ਪ੍ਰਧਾਨ ਮੰਤਰੀ ਆ ਉਹਨਾਂ ਨੇ ਵੀ ਲਵਾਈ ਆ, ਇੰਡੀਆ ਵਾਲਿਆਂ ਨੇ ਵੀ ਲਵਾਈ ਆ, ਇੱਥੇ ਵਾਲਿਆਂ ਨੇ ਵੀ ਲਵਾਈ ਆ। ਜੇ ਇੰਨੀ ਮਾੜੀ ਚੀਜ਼ ਹੋਊਗੀ ਤਾਂ ਕਿਉਂ ਲਵਾਉਣਗੇ ਉਹ? ਸੋ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ, ਬਾਕੀ ਤਾਂ ਦੇਖੋ ਜੀ ਲੋਕਾਂ ਦੀ ਮਰਜ਼ੀ ਆ। ਇਹ ਤਾਂ ਕਨਵਿੰਸ ਕਰਨ ਦਾ ਹੋ ਗਿਆ ਵੀ ਚਲੋ ਬਿਮਾਰੀ ਜੇ ਲੱਗ ਗਈ ਆ, ਇਹ ਵੀ ਆਪਾਂ ਵੈਕਸੀਨ ਦੀ ਬਹੁਤ ਥੋਰੋਲੀ ਗੱਲ ਤੁਸੀਂ ਸਾਨੂੰ ਦੱਸੀ ਉਹਦੇ ਬਾਰੇ। ਇਹ ਤੋਂ ਬਚਣ ਲਈ ਆਪਾਂ ਕੀ ਕਰ ਸਕਦੇ ਹਾਂ ਵੀ ਹੋਵੇ ਹੀ ਨਾ ਸਾਨੂੰ ਬਿਮਾਰੀ ਇਹ? ਦੇਖੋ ਜੀ, ਉਸ ਦਾ ਜਿਹੜਾ ਮੈਂ ਤੁਹਾਨੂੰ ਆਲਰੇਡੀ ਦੱਸਿਆ ਵੀ ਨੰਬਰ 1 ਜਿਹੜਾ ਬਿਮਾਰੀ ਨੂੰ ਰੋਕਣ ਦਾ ਤਰੀਕਾ ਉਹ ਹੈਗੀ ਆ ਵੈਕਸੀਨੇਸ਼ਨ। ਜੀ ਜੀ। ਜੇ 2 ਬੰਦਿਆਂ ਨੂੰ ਵੈਕਸੀਨ ਹੋਈ ਆ, ਜਿਵੇਂ ਤੁਹਾਨੂੰ ਵੀ ਲੱਗੀ ਆ ਅਤੇ ਮੈਨੂੰ ਵੀ ਲੱਗੀ, ਆਪਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ। ਪਰ ਜੇ ਇੱਕ ਬੰਦੇ ਨੇ ਨਹੀਂ ਲਵਾਈ ਤਾਂ ਫਿਰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈਗਾ। ਅਤੇ ਮਾਸਕ, ਸੋਸ਼ਲ ਡਿਸਟੈਂਸਿੰਗ, ਇਹ ਚੀਜ਼ਾਂ ਅਜੇ ਵੀ ਪ੍ਰੈਕਟਿਸ ਕਰੋ। ਬਹੁਤ ਦਿਲ ਕਰਦਾ ਸਾਡਾ ਪਾਰਟੀਆਂ 'ਤੇ ਜਾਣ ਨੂੰ, ਬਹੁਤ ਦਿਲ ਕਰਦਾ ਆਪਣੇ ਧਾਰਮਿਕ ਅਦਾਰਿਆਂ 'ਚ ਜਾਣ ਨੂੰ, ਜਾਓ ਪਰ ਪਰਹੇਜ਼ ਜ਼ਰੂਰ ਰੱਖ। ਕਈ ਵਾਰੀ ਮੈਂ ਇਹੀ ਗੱਲ ਕਰਦੇ ਨੇ, ਕਈ ਵਾਰੀ ਇੱਦਾਂ ਹੁੰਦਾ ਵੀ ਜਦੋਂ ਅਸੀਂ ਪਾਰਟੀ 'ਤੇ ਜਾਂਦੇ ਹਾਂ ਪਹਿਲਾਂ ਤਾਂ ਲੋਕ ਪਰਾਂ ਰਹਿੰਦੇ ਆ। ਜੇ ਦੋਨੋਂ ਪਾਰਟੀਆਂ ਨੇ ਵੈਕਸੀਨ ਲਵਾਈ ਆ ਫਿਰ ਤੁਸੀਂ ਮਾਸਕ ਲਾ ਸਕਦੇ ਹੋ, ਪਰ ਜੇ ਇੱਕ ਨੇ ਨਹੀਂ ਲਵਾਈ ਤਾਂ ਫਿਰ ਤੁਹਾਨੂੰ ਜਿਹੜਾ ਮਾਸਕ ਦੋਨਾਂ ਨੂੰ ਪਾਉਣਾ ਚਾਹੀਦਾ। ਮੇਰਾ ਸਵਾਲ ਤਾਂ ਇਹੋ ਸੀਗਾ ਕਿ ਜੇ ਮਤਲਬ ਜੇ ਬੰਦਾ ਵੈਕਸੀਨ ਲਵਾ ਲਈ ਉਹਨਾਂ ਨੇ, ਜੇ ਉਹ ਪਾਰਟੀਆਂ 'ਚ ਜਾਂਦੇ ਆ ਜਾਂ ਕਿਸੇ ਹੋਰ ਈਵੈਂਟ 'ਚ ਜਾਂਦੇ ਆ ਜਾਂ ਕਿਸੇ ਰਿਲੀਜੀਅਸ ਫੰਕਸ਼ਨ 'ਤੇ ਜਾਂਦੇ ਆ ਅਤੇ ਉਹ ਸੇਫ ਹੈਗਾ ਕਿ ਨਹੀਂ? ਜੇ ਦੋਨੋਂ ਪਾਰਟੀਆਂ ਨੇ ਵੈਕਸੀਨ ਲਵਾਈ ਹੋਈ ਆ ਫਿਰ ਤੁਹਾਨੂੰ ਹੋਣ ਦੇ ਚਾਂਸ ਬਹੁਤ ਘੱਟ ਨੇ, 0 ਨਹੀਂ ਹੈਗੇ। ਕਿਉਂਕਿ ਕਈ ਬੰਦੇ ਇੱਦਾਂ ਵੀ ਹੈਗੇ ਵੀ ਜਿਨ੍ਹਾਂ ਨੂੰ ਵੈਕਸੀਨ ਲਵਾ ਕੇ ਵੀ ਬਿਮਾਰੀ ਹੋ ਸਕਦੀ ਹੈ ਪਰ ਉਹਨਾਂ ਨੂੰ ਸਿੰਪਟਮ ਨਹੀਂ ਹੁੰਦੇ ਕਈ ਵਾਰੀ, ਸੋ ਉਹ ਦੂਜਿਆਂ ਨੂੰ ਬਿਮਾਰੀ ਲਗਾ ਸਕਦੇ ਨੇ। ਪਰ ਜੇ ਤੁਸੀਂ ਦੋਨੋਂ ਪਾਰਟੀਆਂ ਨੇ ਵੈਕਸੀਨ ਲਵਾਈ ਆ ਤਾਂ ਫਿਰ ਚਾਂਸਿਸ ਬਹੁਤ ਘੱਟ ਜਾਂਦੇ ਨੇ। ਪਰ ਜੇ ਤੁਹਾਨੂੰ ਨਹੀਂ ਪਤਾ ਤਾਂ ਮਾਸਕ ਪਾਓ ਅਤੇ ਥੋੜ੍ਹਾ ਫਾਸਲਾ ਰੱਖੋ। ਖਾਸ ਕਰਕੇ ਜੇ ਤੁਸੀਂ ਫੰਕਸ਼ਨ ਵੀ ਕਰਨੇ ਆਪਣੇ ਘਰਾਂ 'ਚ, ਅੱਜ ਕੱਲ੍ਹ ਤਾਂ ਬੜਾ ਸੋਹਣਾ ਸੁਹਾਵਣਾ ਮੌਸਮ ਹੈ, ਤੁਸੀਂ ਮੌਸਮ ਆਪਣੀ ਕੋਈ ਈਵੈਂਟ ਕਰਨਾ ਉਹਨੂੰ ਬਾਹਰ ਆਊਟਡੋਰ ਰੱਖੋ। ਕਿਉਂਕਿ ਜਿਹੜੇ ਆਊਟਡੋਰ ਈਵੈਂਟ ਨੇ ਉਹ ਕਾਫੀ ਸੇਫ ਨੇ, ਕਿਉਂਕਿ ਉੱਥੇ ਜਿਹੜੀ ਵਾਇਰਸ ਦੀ ਜਿਹੜੀ ਕੌਨਸਨਟ੍ਰੇਸ਼ਨ ਹੈ ਇੰਨੀ ਜ਼ਿਆਦਾ ਨਹੀਂ ਹੁੰਦੀ, ਕਿਉਂਕਿ ਖੁੱਲ੍ਹੀ ਹਵਾ ਦੇ ਵਿੱਚ। ਜੇ ਤੁਸੀਂ ਬੰਦ ਜਗ੍ਹਾ ਜਿੱਥੇ ਏਅਰ ਕੰਡੀਸ਼ਨਿੰਗ ਹਵਾ ਘੁੰਮਦੀ ਆ ਫਿਰ ਉਹ ਐਂ ਹੁੰਦਾ ਵੀ ਜੇ ਇੱਕ ਬੰਦੇ ਨੂੰ ਵੀ ਹੋਈ ਆ ਉਹ ਸਾਰੀ ਵਾਇਰਸ ਕਮਰੇ 'ਚ ਫੈਲ ਜਾਂਦੀ ਹੈਗੀ ਆ। ਸੋ ਮੈਂ ਇਹੀ ਕਰਾਂਗਾ ਵੀ ਜੇ ਤੁਸੀਂ ਫੰਕਸ਼ਨ ਆ ਉਹਦੇ ਘੱਟ ਬੰਦਿਆਂ ਨੂੰ ਬੁਲਾਓ, ਕੋਸ਼ਿਸ਼ ਕਰੋ ਵੀ ਉਹਨਾਂ ਨੂੰ ਸਾਰਿਆਂ ਨੇ ਵੈਕਸੀਨ ਲਵਾਈ ਹੋਈ ਆ, ਅਤੇ ਜੇ ਨਹੀਂ ਲਵਾਈ ਹੋਈ ਜਿਹਨੇ ਤਾਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਵੀ ਉਹ ਮਾਸਕ ਪਾਉਣ ਅਤੇ ਟੇਬਲ ਥੋੜ੍ਹੇ ਦੂਰ ਰੱਖੋ, ਥੋੜ੍ਹਾ ਡਿਸਟੈਂਸ ਰੱਖੋ ਅਤੇ ਕੋਸ਼ਿਸ਼ ਕਰੋ ਵੀ ਬਿਲਕੁਲ ਇੱਕ ਦੂਜੇ ਦੇ ਮੂੰਹ ਕਰਕੇ ਗੱਲ ਨਾ ਕਰੋ। ਜੇ ਆਪਾਂ ਉੱਧਰ ਗੱਲ ਕਰੀਏ ਇੰਡੀਆ ਦੀ, ਉੱਥੇ ਦੇਖ ਲਓ 5 ਸਟੇਟਸ 'ਚ ਇਲੈਕਸ਼ਨ ਹੋਈ ਆ, ਕਿੰਨੀ ਭੀੜ ਸੀ ਉੱਥੇ, ਕਿੰਨੇ ਬੰਦੇ 'ਤੇ ਬੰਦਾ ਚੜ੍ਹਿਆ ਪਿਆ ਸੀ। ਕੁੰਭ ਦੇ ਮੇਲੇ ਜਿਹੜੇ ਲੱਖਾਂ ਲੋਕ ਉੱਥੇ ਹਾਜ਼ਰੀ ਲਵਾ ਕੇ ਗਏ ਆ ਅਤੇ ਕਿੰਨੀ ਸਪਰੈਡ ਹੋਈ ਉਹਦੇ ਨਾਲ। ਤਾਂ ਹੁਣ ਉੱਥੇ ਦੇ ਜਿਹੜੇ ਲੋਕ ਨੇ ਇੰਡੀਆ ਦੇ, ਉਹਨਾਂ ਨੂੰ ਇੱਦਾਂ ਦੇ ਜਿਹੜੇ ਲੋਕਾਂ ਨੇ ਜੋ ਇਹ ਮੇਰੇ ਹਿਸਾਬ ਨਾਲ ਇੱਕ ਕ੍ਰਿਮੀਨਲ ਨੈਗਲੀਜੈਂਸ ਆ ਵੀ ਜਦ ਤੁਸੀਂ ਲੀਡਰ ਹੋ ਕੇ ਜਿਹੜੇ ਇਲੈਕਟਡ ਲੀਡਰ ਨੇ ਉਹਨਾਂ ਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ। ਸੋ ਇਹ ਲੋਕਾਂ ਨੂੰ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈਗਾ। ਅਤੇ ਜੇ ਕੋਈ ਗਲਤੀ ਹੋਈ ਆ ਉਹ ਕੋਸ਼ਿਸ਼ ਕਰੋ ਵੀ ਅੱਗੇ ਨੂੰ ਇਹ ਗਲਤੀਆਂ ਨਾ ਹੋਣ। ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਸਾਡੇ ਤੋਂ ਵੀ ਹੁੰਦੀਆਂ। ਸੋ ਕੋਸ਼ਿਸ਼ ਹੈ ਵੀ ਆਪਾਂ ਇਹ ਤੋਂ ਕੁਛ ਸਿੱਖੀਏ, ਕਿਉਂਕਿ ਜਿਹੜੀ ਇਨਸਾਨੀ ਜਾਨ ਹੈ ਇਹ ਬਹੁਤ ਕੀ ਕਹਿੰਦੇ ਆ ਕੀਮਤੀ ਆ, ਇਹਦੀ ਕੋਈ ਆਪਾਂ ਪ੍ਰਾਈਸ ਹੀ ਨਹੀਂ ਪਾ ਸਕਦੇ। ਜਿਹਦੇ ਪਰਿਵਾਰ ਦਾ ਜੀ ਜਿਨ੍ਹਾਂ ਨੇ ਆਪਣੇ ਗਵਾਏ ਨੇ ਉਹਨਾਂ ਦੇ ਨਾਲ ਸਾਡੀ ਕੀ ਕਹਿੰਦੇ ਆ ਵੀ ਸਹਾਨੂਭੂਤੀ ਆ, ਉਹਨਾਂ ਨਾਲ ਸਾਡੀ ਹਮਦਰਦੀ ਆ। ਕਈ ਮੈਂ ਇਹੋ ਜਿਹੇ ਵੀ ਦੇਖੇ ਨੇ ਮਰੀਜ਼ ਵੀ, ਉਹ ਭਾਵੇਂ ਉਹਨਾਂ ਦੀ ਜਾਨ ਬਚ ਵੀ ਗਈ, ਉਹ ਡਿਸੇਬਲ ਹੋ ਗਏ ਨੇ। ਕਈ ਵਾਰੀ ਕੋਵਿਡ ਤੋਂ ਬਾਅਦ ਕਈਆਂ ਦਾ ਹਾਰਟ ਕਮਜ਼ੋਰ ਹੋ ਗਿਆ, ਕਈਆਂ ਦੇ ਫੇਫੜੇ ਕਮਜ਼ੋਰ ਹੋ ਗਏ, ਫੇਫੜੇ ਗਲ ਜਾਂਦੇ ਨੇ, ਉਹਨੂੰ ARDS ਕਹਿੰਦੇ ਨੇ, ਉਹ ਫਾਈਬਰੋਸਿਸ ਹੋ ਗਿਆ, ਕਈਆਂ ਦੀ ਯਾਦਾਸ਼ਤ 'ਤੇ ਵੀ ਅਸਰ ਪਿਆ ਹੈਗਾ। ਸੋ ਇਹ ਬਿਮਾਰੀ ਜਿਹੜੀ ਹੈਗੀ ਹੈ, ਇਹ ਦੇਖੋ 95% ਮਰੀਜ਼ ਤਾਂ ਬਿਲਕੁਲ 100% ਠੀਕ ਹੋ ਜਾਂਦੇ ਨੇ। ਜਿਹਨੇ ਹੰਢਾਈ ਆ, ਜਿਹਨੂੰ ਸੀਰੀਅਸ ਕੰਪਲੀਕੇਸ਼ਨ ਹੋਈਆਂ, ਸੋ ਉਹੀ ਤੁਹਾਨੂੰ ਦੱਸ ਸਕਦੇ ਨੇ। ਸੋ ਇਸ ਦਾ ਬੈਸਟ ਟਰੀਟਮੈਂਟ ਤੋਂ ਪਹਿਲਾਂ ਇਹ ਆ ਵੀ ਇਹ ਤਾਂ ਬਚਾਅ ਕਰੀਏ ਆਪਾਂ। ਜੀ ਜਦੋਂ ਬੰਦਾ ਬਿਮਾਰ ਹੋ ਜਾਂਦਾ, ਉਹਨੂੰ COVID-19 ਇਹ ਕਰੋਨਾ ਜਦੋਂ ਹੋ ਜਾਂਦਾ, ਉਸ ਤੋਂ ਬਾਅਦ ਕਿਉਂ ਹੋ ਜਾਂਦਾ, ਠੀਕ ਹੋ ਜਾਂਦਾ, ਕਿੰਨੀ ਦੇਰ ਬਾਅਦ ਤੱਕ ਉਹਦਾ ਅਸਰ ਜਿਹੜਾ ਉਹਦੇ ਸਰੀਰ 'ਚ ਰਹਿੰਦਾ? ਇਹ ਜੀ ਮਰੀਜ਼ 'ਤੇ ਡਿਪੈਂਡ ਕਰਦਾ। ਕਈ ਮਰੀਜ਼ ਤਾਂ ਮੈਂ ਦੇਖਿਆ ਵੀ ਹਫ਼ਤੇ 10 ਦਿਨ ਬਾਅਦ ਬਿਲਕੁਲ ਠੀਕ ਹੋ ਜਾਂਦੇ ਆ, ਦੇ ਬੈਕ ਟੂ ਨੋਰਮਲ ਲਾਈਫ। ਵੀ ਮਾੜਾ ਜਿਹਾ ਜ਼ੁਕਾਮ ਜਿਹਾ ਹੋਇਆ, ਉਹਨਾਂ ਨੂੰ ਗਲਾ ਖਰਾਬ ਹੋਇਆ, ਥੋੜ੍ਹਾ ਬੁਖਾਰ ਹੋਇਆ, ਖੰਘ ਆਈ, ਠੀਕ ਹੋ ਗਏ। ਜਿਨ੍ਹਾਂ ਨੂੰ ਸੀਰੀਅਸ ਕੰਪਲੀਕੇਸ਼ਨ ਹੋ ਜਾਂਦੀ ਹੈ, ਕਈ ਮਹੀਨੇ ਉਹ ਮਰੀਜ਼ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਬਿਮਾਰੀ ਨਾਲ, ਕਿਉਂਕਿ ਜਿਹੜੀ ਪਹਿਲੀ ਇਨਫੈਕਸ਼ਨ ਆ ਉਹ ਤਾਂ ਤੁਹਾਡੀ 7-8 ਦਿਨਾਂ ਵਿੱਚ ਹਟ ਜਾਂਦੀ ਆ। ਇਹਦੇ ਨਾ 3 ਫੇਜ਼ਿਸ ਹੁੰਦੇ ਨੇ। ਪਹਿਲਾ ਫੇਜ਼ ਹੁੰਦਾ ਜਦੋਂ ਤੁਹਾਨੂੰ ਮਤਲਬ ਜਿਵੇਂ ਫਲੂ ਟਾਈਪ ਸਿੰਪਟਮ ਹੋਏ, ਉਹ ਤੋਂ ਬਾਅਦ ਤੁਹਾਡੀ ਜਿਹੜੇ ਬਾਡੀ ਦਾ ਇਮਿਊਨ ਸਿਸਟਮ ਹੈ ਨਾ, ਕਈ ਵਾਰੀ ਉਹ ਓਵਰ ਰਿਐਕਟ ਕਰਦਾ, ਉਹਦੇ ਨਾਲ ਤੁਹਾਡੇ ਫੇਫੜਿਆਂ ਦੇ ਵਿੱਚ ਸੋਜਾ ਹੋ ਜਾਂਦਾ। ਉਹਦੇ ਨਾਲ ਫਿਰ ਆਕਸੀਜਨ ਨਹੀਂ ਜਾਂਦੀ ਤੁਹਾਡੀ ਬਾਡੀ 'ਚ। ਉਹ ਦੂਜਾ ਫੇਜ਼ ਹੈ। ਕਈ ਤਾਂ ਉਸ ਫੇਜ਼ ਤੋਂ ਬਾਅਦ ਠੀਕ ਹੋ ਜਾਂਦੇ, ਕਈਆਂ ਦੇ ਲੰਗ ਨੇ ਜਿਵੇਂ ਉਹ ਕਿੱਦਾਂ ਸਮਝਾਵਾਂ ਵੀ ਜਿਵੇਂ
ਜਿਵੇਂ ਜਿਹੜੇ ਲੰਗ ਨੇ ਜਿਵੇਂ ਸਪੌਂਜ ਹੁੰਦਾ ਇਦਾਂ ਹੁੰਦਾ, ਓਕੇ, ਉਹ ਲੰਗ ਸਖਤ ਹੋ ਜਾਂਦੇ ਨੇ, ਫਾਈਬਰੋਜ਼ ਹੋ ਜਾਂਦੇ ਨੇ, ਤੇ ਫਿਰ ਉਹ ਆਕਸੀਜਨ ਨਹੀਂ ਬਾਡੀ 'ਚ ਆ ਸਕਦੀ। ਫਿਰ ਕਈਆਂ ਨੂੰ ਆਕਸੀਜਨ 'ਤੇ ਘਰੇ ਭੇਜਣਾ ਪੈਂਦਾ, ਕਈਆਂ ਨੂੰ ਲਾਈਫ ਸਪੋਰਟ ਮਸ਼ੀਨ 'ਤੇ ਵੈਂਟੀਲੇਟਰ 'ਤੇ ਲਵਾਉਣਾ ਪੈਂਦਾ। ਹੁਣ ਜਿਵੇਂ ਇੰਡੀਆ ਦੇ ਵਿੱਚ ਵੈਂਟੀਲੇਟਰ ਦੀ ਬਹੁਤ ਕਮੀ ਹੋਈ ਆ। ਇੱਕ ਸਮਾਂ ਇਹੋ ਜਿਹਾ ਸੀਗਾ ਵੀ ਨਿਊਯਾਰਕ 'ਚ ਵੀ ਵੈਂਟੀਲੇਟਰ ਨਹੀਂ ਸੀ, ਫਿਰ ਆਰਮੀ ਨੇ ਲਿਜਾ ਕੇ ਜਾਂ ਹੋਰ ਸਟੇਟਾਂ ਤੋਂ ਮੰਗਾਏ ਸੀ। ਪਰ ਹੁਣ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਇੰਡੀਆ ਵਰਗੇ ਜਾਂ ਹੋਰ ਕੰਟਰੀ, ਉੱਥੇ ਇੰਨੀਆਂ ਸਹੂਲਤਾਂ ਨਹੀਂ ਹੈਗੀਆਂ। ਅਮੀਰ ਬੰਦੇ ਤਾਂ ਸਹੂਲਤਾਂ ਹੈਗੀਆਂ, ਆਮ ਬੰਦੇ ਲਈ ਸਹੂਲਤਾਂ ਨਹੀਂ ਹੈਗੀਆਂ। ਸੋ ਉੱਥੇ ਤਾਂ ਬੈਸਟ ਹੈ ਵੀ ਉਹ ਇਸ ਬਿਮਾਰੀ ਤੋਂ ਜਿੰਨਾ ਬਚਿਆ ਜਾਵੇ ਉਨਾ ਹੀ ਚੰਗਾ ਹੈਗਾ। ਅੱਛਾ, ਇੱਕ ਨਾ ਮਾਸਕ ਕਿਉਂਕਿ ਆਪਣਾ ਬਹੁਤ ਜ਼ਰੂਰੀ ਆ ਪਾਉਣਾ। ਬਹੁਤ ਸਾਰੇ ਲੋਕਾਂ ਦਾ ਇਹ ਧਾਰਨਾ ਹੈਗੀ ਆ ਕਿ ਜਿਹੜਾ ਮਾਸਕ ਉਹ ਨਾ ਪਾਓ ਕਿਉਂਕਿ ਹੋ ਸਕਦਾ ਵੀ ਸਾਡੀ ਆਪਣੀ ਬਿਮਾਰੀ ਵਾਪਸ ਜਾਂਦੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ ਜੀ, ਇਹ ਗੱਲ ਸਹੀ ਨਹੀਂ। ਪਹਿਲੀ ਗੱਲ ਤਾਂ ਮਾਸਕ ਨੂੰ ਠੀਕ ਤਰ੍ਹਾਂ ਪਾਓ, ਕਿਉਂਕਿ ਜਿਹੜਾ ਮਾਸਕ ਹੈ, ਮੈਂ ਤਾਂ ਇਹ ਚਾਹਾਂਗਾ ਕਿ ਇਹ ਦੱਸੋ ਕਿ ਮਾਸਕ ਕਿਸ ਟਾਈਪ ਦਾ ਪਾਉਣਾ ਚਾਹੀਦਾ। ਦੇਖੋ ਜੀ, ਮਾਸਕ ਜਿਹੜਾ ਪ੍ਰੋਫੈਸ਼ਨਲੀ ਹੋਵੇ ਨੇ। ਹੁਣ ਆਪਾਂ ਦੇਖੋ ਕੱਪੜਾ ਵਗੈਰਾ ਵੀ ਕਈ ਲੋਕ ਬੰਨੀ ਫਿਰਦੇ ਨੇ, ਉਹ ਥੋੜ੍ਹੀ ਬਹੁਤੀ ਹੈਲਪ ਉਹ ਵੀ ਕਰਦਾ। ਬੈਟਰ ਆ ਵੀ ਤੁਸੀਂ ਪ੍ਰੋਫੈਸ਼ਨਲ ਮਾਸਕ ਲਓ, ਖਾਸ ਕਰਕੇ ਜੇ ਤੁਹਾਡੇ ਮੂੰਹ 'ਤੇ ਵਾਲ ਨੇ, ਫਿਰ ਤੁਸੀਂ ਉਹਨੂੰ ਮਾਸਕ ਪਾ ਕੇ ਉੱਤੇ ਕੱਪੜੇ ਨਾਲ ਉਹਨੂੰ ਟਾਈਟ ਕਰ ਸਕਦੇ ਹੋ ਵੀ 에ਅਰ ਟਾਈਟ ਹੋਵੇ। ਜੇ ਤੁਹਾਡਾ ਮਾਸਕ ਖੁੱਲ੍ਹਾ ਜਿਹਾ ਪਿਆ ਹੈਗਾ, ਸਾਈਡ ਤੋਂ ਹਵਾ ਆ ਰਹੀ ਹੈ, ਤਾਂ ਫਿਰ ਮਾਸਕ ਦਾ ਤਾਂ ਕੋਈ ਫਾਇਦਾ ਨਹੀਂ ਨਾ ਹੈਗਾ। ਜੇ ਤੁਸੀਂ ਕਿਸੇ ਕੋਵਿਡ ਪੇਸ਼ੈਂਟ ਵਗੈਰਾ ਨਾਲ ਕਰ ਰਹੇ ਹੋ, ਫਿਰ ਤਾਂ ਤੁਹਾਨੂੰ ਜਿਹੜਾ N95 ਮਾਸਕ ਹੈਗਾ ਉਹ ਯੂਜ਼ ਕਰਨਾ ਚਾਹੀਦਾ ਹੈਗਾ। ਅਤੇ ਆਮ ਤੁਸੀਂ ਜਿਹੜਾ ਰੈਗੂਲਰ ਸਰਜੀਕਲ ਮਾਸਕ ਹੈਗਾ, ਅਤੇ ਜਿਹੜੇ ਆਪਣੇ ਸਿੰਘ ਦਸਤਾਰ ਸਜਾਉਂਦੇ ਨੇ, ਮੈਂ ਕਹਾਂਗਾ ਵੀ ਉਹ ਪਿੱਛੇ ਰਬੜ ਬੈਂਡ ਲਾ ਕੇ ਵੱਡੇ ਉਹਨੂੰ ਮਾਸਕ ਉੱਤੇ ਦੀ ਕੱਪੜਾ ਬੰਨ੍ਹ ਕੇ ਉਹਨੂੰ ਟਾਈਟ ਕਰ ਲਓ, ਵੀ ਮਾਸਕ ਤੁਹਾਡੀ ਬਿਲਕੁਲ 에ਅਰ ਟਾਈਟ ਹੋ ਜੇ, ਤਾਂ ਫਿਰ ਉਹ ਪ੍ਰੋਟੈਕਟ ਕਰਦਾ ਹੈਗਾ। ਅਦਰਵਾਈਜ਼ ਜੇ ਤੁਸੀਂ ਉਹੀ ਫੈਸ਼ਨ ਹੀ ਪਾਇਆ ਵੀ ਉੱਤੇ ਕਈ ਲੋਕਾਂ ਨੇ ਢਿੱਲੇ ਜਿਹੇ ਟੰਗੇ ਹੁੰਦੇ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਦੂਜੀ ਗੱਲ ਮੈਂ ਜਿਹੜੀ ਪਹਿਲਾਂ ਪੁੱਛੀ ਸੀ ਕਿ ਇਹ ਪਾਉਣ ਦਾ ਫਾਇਦਾ ਹੈ ਕਿ ਨੁਕਸਾਨ, ਕਈਆਂ ਦੀ ਧਾਰਨਾ ਹੈਗੀ ਆ ਵੀ ਸਾਡੇ ਅੰਦਰ ਦਾ ਸਾਹ। ਨਹੀਂ, ਜਿਹੜੀ ਜੋ CDC ਹੈਗੀ ਆ, ਜੋ ਉਹਨਾਂ ਦੀ ਰਿਕਮੈਂਡੇਸ਼ਨ ਹੈਗੀ ਆ, ਅਤੇ ਮਾਸਕ ਡੈਫੀਨੇਟਲੀ ਜੇ ਦੋਨੋਂ ਪਾਰਟੀਆਂ ਨੇ ਪਾਇਆ ਹੋਵੇ ਤਾਂ ਮਾਸਕ ਬਹੁਤ ਪ੍ਰੋਟੈਕਟ ਕਰਦਾ ਜੀ। ਅਤੇ ਜੇ ਹੁਣ ਇੱਕ ਨੇ ਵੈਕਸੀਨ ਲਵਾਈ, ਦੂਜੇ ਨੇ ਨਹੀਂ ਲਵਾਈ, ਫਿਰ ਉਹਦੇ ਬਾਰੇ ਤਾਂ ਕੋਈ ਸਾਡੇ ਕੋਲ ਇੰਨਾ ਡੇਟਾ ਨਹੀਂ ਹੈਗਾ। ਸੋ ਬਚਾਅ 'ਚ ਹੀ ਬਚਾਅ ਜੀ। ਜੀ ਡਾਕਟਰ ਸਾਹਿਬ, ਕੋਈ ਅਖੀਰ ਵਿੱਚ ਤੁਸੀਂ ਕੁਛ ਸਾਡੇ ਦਰਸ਼ਕਾਂ ਨਾਲ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ? ਮੇਰੀ ਤਾਂ ਇਹੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਆਪਾਂ ਇਹ ਜਿਹੜੀ ਬਿਮਾਰੀ ਆ, ਇਹਨੂੰ ਸਾਰੇ ਇਕੱਠੇ ਹੋ ਕੇ ਇਨਸਾਨੀਅਤ ਦੇ ਤੌਰ 'ਤੇ ਇਸ ਬਿਮਾਰੀ ਦਾ ਖਾਤਮਾ ਕਰੀਏ, ਅਤੇ ਸਾਰੇ ਵੈਕਸੀਨ ਲਵਾਉਣ, ਅਤੇ ਪ੍ਰੋਪਰ ਤੁਸੀਂ ਪ੍ਰੀਕਾਸ਼ਨਸ ਲਓ। ਅਤੇ ਜਿਹੜੇ ਬੰਦੇ ਸਾਡੇ ਭੈਣ ਭਰਾ, ਸਾਡੀ ਫੈਮਿਲੀ ਮੈਂਬਰ ਨਹੀਂ ਮੰਨਦੇ, ਉਹਨਾਂ ਨੂੰ ਬੈਠ ਕੇ ਸਮਝਾਓ, ਅਤੇ ਜੇ ਉਹਨਾਂ ਨੂੰ ਸਾਡੀ ਗੱਲ ਨਹੀਂ ਠੀਕ ਲੱਗਦੀ ਤਾਂ ਉਹ ਆਪਣੇ ਡਾਕਟਰ ਨਾਲ ਗੱਲ ਕਰਨ, ਜਿਹਦੀ ਵੀ ਉਹ ਗੱਲ ਮੰਨਦੇ ਨੇ ਉਹਨਾਂ ਨਾਲ ਉਹਨਾਂ ਦੀ ਗੱਲ ਕਰਾਓ। ਅਤੇ ਜੇ ਹੁਣ ਘਰ ਦੇ ਵਿੱਚ ਬਾਕੀਆਂ ਨੇ ਲਵਾਈ, ਇੱਕ ਦੋ ਬੰਦਿਆਂ ਨੇ ਨਹੀਂ ਲਵਾਈ ਹੋਈ, ਉਹ ਕੋਈ ਗੱਲ ਨਹੀਂ ਬਣੀ। ਸਾਰੀਆਂ ਫੈਮਲੀਆਂ ਨੂੰ ਵੈਕਸੀਨ ਲਵਾਉਣੀ ਚਾਹੀਦੀ ਆ, ਅਤੇ ਮੈਨੂੰ ਉਮੀਦ ਆ ਵੀ ਬੜੀ ਜਲਦੀ ਜਿਹੜੇ ਬੱਚੇ ਵੀ ਵੈਕਸੀਨ ਲਵਾ ਸਕਣਗੇ, ਅਤੇ ਆਪਾਂ ਮੁੜ ਕੇ ਜਿਹੜੀ ਲਾਈਫ ਮੁੜ ਕੇ ਜਿਵੇਂ 2019 'ਚ ਸੀਗੀ, ਆਪਾਂ ਉੱਦਾਂ ਦੀ ਲਾਈਫ 'ਚ ਮੁੜ ਕੇ ਉਸ ਦਾ ਆਨੰਦ ਮਾਣ ਸਕੀਏ। ਪਰ ਅਫਸੋਸ ਆ ਵੀ ਕੁਛ ਸਾਡੇ ਭੈਣ ਭਰਾ ਅਸੀਂ ਗਵਾ ਲਏ ਨੇ, ਮੁੜ ਕੇ ਉਹ ਸਾਨੂੰ ਨਹੀਂ ਮਿਲਣੇ ਹੈਗੇ। ਸੋ ਆਪਾਂ ਬਚੀਏ, ਜਿੰਨਾ ਆਪਣੇ ਆਪ ਨੂੰ ਬਚਾ ਸਕਦੇ ਹਾਂ, ਅਤੇ ਇਸ ਬਿਮਾਰੀ ਦਾ ਆਪਾਂ ਬਿਲਕੁਲ ਹੀ ਇਹਨੂੰ ਜੜ੍ਹੋਂ ਖਤਮ ਕਰੀਏ, ਅਤੇ ਵੈਕਸੀਨ ਪਲੀਜ਼ ਜ਼ਰੂਰ ਲਵਾਓ। ਦੋਸਤੋ, ਇਹ ਸਨ ਡਾਕਟਰ ਜਸਬੀਰ ਸਿੰਘ ਕੰਗ, ਜਿਨ੍ਹਾਂ ਨੇ ਅੱਜ ਕੱਲ੍ਹ ਜਿਹੜੀ ਮਹਾਂਮਾਰੀ ਚੱਲ ਰਹੀ ਆ COVID-19, ਉਹਦੇ ਬਾਰੇ ਬਹੁਤ ਹੀ ਵਿਸਤਾਰ ਨਾਲ ਜਿਹੜੀ ਜਾਣਕਾਰੀ ਦਿੱਤੀ ਆ। ਅਤੇ ਸਾਨੂੰ ਉਮੀਦ ਆ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੁਸੀਂ ਉਹਨਾਂ 'ਤੇ ਪੂਰੇ ਉਤਰੋਗੇ, ਉਹਨਾਂ ਤੋਂ ਕੁਛ ਨਾ ਕੁਛ ਜ਼ਰੂਰ ਸਿੱਖੋਗੇ, ਤਾਂ ਕਿ ਇਹ ਜਿਹੜੀ ਮਹਾਂਮਾਰੀ ਆ ਇਹਨੂੰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਰੋਕੀਏ, ਤਾਂ ਕਿ ਹੋਰ ਜਿਹੜੀਆਂ ਜਾਨਾਂ ਬਚ ਗਈਆਂ ਉਹਨਾਂ ਦਾ ਫਿਊਚਰ ਜਿਹੜਾ ਉਹ ਠੀਕ ਰਹੇ, ਆਉਣ ਵਾਲੀਆਂ ਜਨਰੇਸ਼ਨਸ 'ਤੇ ਇਹਨਾਂ ਦਾ ਕੋਈ ਇਫੈਕਟ ਨਾ ਪਵੇ। ਅਤੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਰੰਧਾਵਾ ਸਾਹਿਬ।